जिंदाबाद 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 भारतीय सेना जिंदाबाद 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 भारतीय सेना जिंदाबाद 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 जिन्नी समान का बहिष्कार करो बहिष्कार करो। ਤੇ ਅੱਜ ਜਿਹੜਾ ਸਮਾਨ ਫੂਕਿਆ ਤੁਸੀਂ ਲੜੀਆਂ ਵਗੈਰਾ ਇਹ ਚਾਈਨਾ ਨੇ ਫ੍ਰੀ ਦਿੱਤੀਆਂ ਸੀ ਜਾਂ ਤੁਸੀਂ ਮੁੱਲ ਲੈ ਕੇ ਆਂਦੀਆਂ? ਨਹੀਂ, ਇਹ ਆਪਾਂ ਮੁੱਲ ਲਿੱਤੀਆਂ ਹੋਈਆਂ ਕਿਸੇ ਸਮੇਂ ਦੀਆਂ। ਪਰ ਇਹ ਪੈਸਾ ਤਾਂ ਤੁਹਾਡਾ ਲੱਗਿਆ, ਇਹਦੇ ਵਿੱਚ ਚਾਈਨਾ ਦਾ ਕੀ ਨੁਕਸਾਨ ਹੋਇਆ? ਤੁਸੀਂ ਮੋਬਾਈਲ ਦੀ ਗੱਲ ਕੀਤੀ ਹੈ, ਤੁਹਾਡੇ ਜਿਹੜੇ ਜਿੰਨੇ ਹੁਣ ਇੱਥੇ ਵਰਕਰ ਪਹੁੰਚੇ, ਤੁਹਾਡੇ ਸਾਥੀ ਪਹੁੰਚੇ, ਉਹਨਾਂ ਦੇ ਕੋਲ ਕਿੰਨਿਆਂ ਦੇ ਕੋਲ ਚਾਈਨਾ ਦੇ ਮੋਬਾਈਲ ਆ? ਕੀ ਉਹਨਾਂ ਨੂੰ ਹੁਣ ਤੁਸੀਂ ਤੋੜੋਗੇ ਤਾਂ ਬਾਈਕਾਟ ਕਰਦੇ ਹੋ? ਅੱਛਾ, ਅੱਜ ਤੋਂ 15-20 ਸਾਲ ਪਿੱਛੇ ਜਾਈਏ ਆਪਾਂ, ਜਦੋਂ ਸਮਾਨ ਲੈਣ ਜਾਂਦੇ ਸੀ ਦੁਕਾਨ ਤੇ, ਅਗਰ ਚਾਈਨਾ ਦਾ ਸਮਾਨ ਦਿੰਦਾ ਸੀ ਦੁਕਾਨਦਾਰ ਤਾਂ ਅਸੀਂ ਕਹਿੰਦੇ ਸੀ ਇਹ ਨਹੀਂ ਚਾਹੀਦਾ, ਇਹ ਘਟੀਆ, ਇਹ ਨਹੀਂ ਜ਼ਿਆਦਾ ਚੱਲਦਾ, ਸਾਨੂੰ ਇੰਡੀਅਨ ਚਾਹੀਦਾ। ਪਰ ਅੱਜ ਜਿਹੜਾ ਹੈਗਾ ਉਲਟਾ ਕੰਮ ਹੋ ਗਿਆ, ਅੱਜ ਲੋਕ ਚਾਈਨਾ ਦਾ ਸਮਾਨ ਮੰਗ ਰਿਹਾ। ਕੀ ਲੱਗਦਾ ਕਿ ਜਿਹੜਾ ਚਾਈਨਾ ਦਾ ਗ੍ਰਾਫ ਵਧਿਆ ਤੇ ਭਾਰਤ ਦਾ ਗ੍ਰਾਫ ਨੀਚੇ ਗਿਆ, ਕੌਣ ਜ਼ਿੰਮੇਵਾਰ ਇਹਦਾ? ਭਾਰਤ ਚਾਈਨਾ ਬਾਰਡਰ ਤੇ ਚਾਈਨਾ ਦੇ ਫੌਜੀਆਂ ਵੱਲੋਂ ਦੇਸ਼ ਦੇ ਸ਼ਹੀਦ ਕੀਤੇ ਫੌਜੀ ਜਵਾਨਾਂ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਆਕਰੋਸ਼ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ABP ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇੱਥੇ ਇਕੱਠੇ ਹੋਏ ਕਿ ਚਾਈਨਾ ਦਾ ਝੰਡਾ ਵੀ ਫੂਕਿਆ ਗਿਆ ਤੇ ਚਾਈਨਾ ਦਾ ਸਮਾਨ ਵੀ ਫੂਕਿਆ ਗਿਆ। ਇੱਥੇ ਮੌਜੂਦ ਨੇ ABP ਦੇ ਲੀਡਰ ਵੀ ਸਾਡੇ ਨਾਲ ਮੌਜੂਦ ਨੇ। ਸਰ, ਕੀ ਨਾਮ ਆ ਆਪਣਾ? ਚਿਰਾਂਸ਼ ਰਤਨ ਜੀ। ਸਰ, ਜਿਹੜਾ ਪ੍ਰੋਟੈਸਟ ਕੀਤਾ ਇਹਦਾ ਮਕਸਦ ਕੀ ਸੀਗਾ, ਕੀ ਕੀਤਾ, ਫੈਸਲਾ ਲਿਆ? ਇਹ ਪ੍ਰੋਟੈਸਟ ਦਾ ਜੀ ਇੱਕ ਥੋੜ੍ਹਾ ਜਿਹਾ ਯੂਥ ਨੇ ਇੱਕ ਨਿਸ਼ਠਾ ਕੀਤੀ ਆ। ਇਹ ਵਿਦਿਆਰਥੀ ਪਰਿਸ਼ਦ ਪੰਜਾਬ ਦੀ ਜਾਂ ਦੁਨੀਆ ਦੀ ਸਭ ਤੋਂ ਵੱਡੀ ਵਿਦਿਆਰਥੀ ਜਥੇਬੰਦੀ ਹੈ ਤੇ ਉਹਦੇ ਵਿੱਚ ਅਸੀਂ ਇੱਕ ਸੰਕਲਪ ਲਿੱਤਾ ਪੂਰੇ ਦੇਸ਼ ਦੇ ਵਿੱਚ। ਜੇ ਤੁਸੀਂ ਦੇਖੋਗੇ ਕੋਈ ਦੇਸ਼ ਦਾ ਕੋਈ ਵੀ ਹਿੱਸਾ ਹੋਵੇ, ਅੱਜ ਚੀਨ ਦਾ ਬਹਿਸ਼ਕਾਰ ਕੀਤਾ ਜਾ ਰਿਹਾ, ਚਾਈਨਾ ਬਾਈਕਾਟ ਕੀਤਾ ਜਾ ਰਿਹਾ ਉਹਦੇ ਗੁੱਡਸ ਨੂੰ, ਕਿਉਂਕਿ ਇਹੀ ਪੈਸੇ ਇੱਥੋਂ ਵਪਾਰ ਕਰਕੇ ਸਾਡੇ ਹੀ ਫੌਜੀਆਂ ਦੇ ਖਿਲਾਫ ਜਾਂ ਪ੍ਰੋਕਸੀ ਵਾਰ ਦੇ ਰਾਹੀਂ ਚਾਈਨਾ ਯੂਜ਼ ਕਰ ਰਿਹਾ ਆਪਣੇ ਦੇਸ਼ ਦੇ ਪ੍ਰਤੀ। ਤਾਂ ਅੱਜ ਅਸੀਂ ਇਹ ਸੰਕਲਪ ਲੈ ਕੇ ਆਏ ਹਾਂ ਵੀ ਮੈਕਸਿਮਮ ਬਾਈਕਾਟ ਅੱਜ ਤੋਂ ਸ਼ੁਰੂ ਕਰਾਂਗੇ। ਕੁਝ ਟਾਈਮ ਲੰਬਾ ਪ੍ਰੋਸੈਸ ਹੈ, ਟਾਈਮ ਲਊਗਾ, ਪਰ ਇੱਕ ਟਾਈਮ ਤੇ ਜਾ ਕੇ ਅਚੀਵ ਕਰ ਦਾਂਗੇ। ਜਿਵੇਂ ਜਾਪਾਨ ਨੇ ਕਦੇ ਵੀ ਹਿਰੋਸ਼ੀਮਾ ਨਾਗਾਸਾਕੀ ਇੰਸੀਡੈਂਟ ਤੋਂ ਬਾਅਦ US ਇੱਕ ਸੂਈ ਵੀ ਜਾਪਾਨ 'ਚ ਨਹੀਂ ਵੇਚ ਸਕਿਆ। ਉਹ ਰਾਸ਼ਟਰੀਅਤਾ, ਉਹ ਜਿਹੜੀ ਦੇਸ਼ ਦੇ ਲੋਕਾਂ ਦੀ ਨਿਸ਼ਠਾ ਪੰਜਾਬ ਜਾਂ ਆਪਣੇ ਦੇਸ਼ ਦੇ ਵਿੱਚ ਜਾਪਾਨ ਨਾਲੋਂ ਕਈ ਜ਼ਿਆਦਾ ਆ, ਉਹਨੂੰ ਜਗਾਉਣ ਦੀ ਲੋੜ ਹੈ। ਉਹਨੂੰ ਜਗਾਉਣ ਦਾ ਜਿੰਮਾ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਲਿੱਤਾ ਆ ਤੇ ਉਹਦੇ ਰਾਹੀਂ ਅਸੀਂ ਅੱਜ ਇਹ ਚੀਨ ਦਾ ਝੰਡਾ ਸਾੜ ਕੇ ਇੱਥੇ ਪ੍ਰੂਵ ਕਰਤਾ ਵੀ ਅਸੀਂ ਇਸ ਦੇਸ਼ ਦੇ ਨਾਗਰਿਕ ਚੀਨ ਦਾ ਵੱਧ ਤੋਂ ਵੱਧ ਬਹਿਸ਼ਕਾਰ ਕਰਨਾ ਸ਼ੁਰੂ ਕਰਾਂਗੇ। ABP ਵੱਲੋਂ ਇਹਦੀ ਸ਼ੁਰੂਆਤ ਕੀਤੀ ਗਈ ਹੈ ਜਾਂ ਜਿਹੜੇ ਲੋਕਾਂ ਨੂੰ ਤੁਸੀਂ ਯੂਥ ਨੂੰ ਮੈਸੇਜ ਦੇ ਰਿਹਾ ਕਿ ਬਾਈਕਾਟ ਕਰੋ, ਤੁਸੀਂ ਇਹਦੀ ਸ਼ੁਰੂਆਤ ਕਰਦੇ ਹੋ ਜਿਸ ਸਥਾਨ ਤੋਂ? ਨਹੀਂ, ਅਸੀਂ ਆਪ ਇਸ ਸਥਾਨ ਤੋਂ ਪਹਿਲਾਂ ਵੀ ਕਾਫੀ ਚੀਜ਼ਾਂ ਸ਼ੁਰੂਆਤ ਕਰਨੀ ਸ਼ੁਰੂ ਕੀਤੀ ਹੈ। ਛੋਟੇ ਚੀਜ਼ਾਂ ਵੀ ਆਪਾਂ ਦੇਖੀਏ, ਚਾਈਨਾ ਨੇ ਇੰਡਸਟਰੀ ਨੂੰ ਬੜਾ ਹੱਦ ਤੱਕ ਕੈਪਚਰ ਕੀਤਾ ਹੋਇਆ, ਤਾਂ ਉਹ ਚੀਜ਼ਾਂ ਨੂੰ ਕਿਵੇਂ ਬੈਕਫੁੱਟ ਤੇ ਲਿਆ ਕੇ ਅਸੀਂ ਸਵਦੇਸ਼ੀ ਨੂੰ ਪ੍ਰਮੋਟ ਕਰ ਸਕਦੇ ਹਾਂ ਕੈਂਪੇਨਸ ਰਾਹੀਂ, ਆਪਣੇ ਡੇਲੀ ਯੂਜ਼ ਦੀ ਵਰਤੋਂ ਰਾਹੀਂ। ਉਹਦੇ 'ਚ ਵੀ ਅਸੀਂ ਇਹ ਚੀਜ਼ਾਂ ਨੂੰ ਅਪਲਾਈ ਕਰ ਰਹੇ ਹਾਂ। ਤੇ ਅੱਜ ਜਿਹੜਾ ਸਮਾਨ ਫੂਕਿਆ ਤੁਸੀਂ ਲੜੀਆਂ ਵਗੈਰਾ, ਇਹ ਚਾਈਨਾ ਨੇ ਫ੍ਰੀ ਦਿੱਤੀਆਂ ਸੀ ਜਾਂ ਤੁਸੀਂ ਮੁੱਲ ਲੈ ਕੇ ਆਂਦੀਆਂ? ਨਹੀਂ, ਇਹ ਆਪਾਂ ਮੁੱਲ ਲਿੱਤੀਆਂ ਹੋਈਆਂ ਕਿਸੇ ਸਮੇਂ ਦੀਆਂ। ਪਰ ਇਹ ਪੈਸਾ ਤਾਂ ਤੁਹਾਡਾ ਲੱਗਿਆ, ਇਹਦੇ ਵਿੱਚ ਚਾਈਨਾ ਦਾ ਕੀ ਨੁਕਸਾਨ ਹੋਇਆ? ਇਹੀ ਤਾਂ ਗੱਲ ਹੈ ਵੀ ਸਾਡਾ ਪੈਸਾ ਲੱਗਿਆ, ਚਾਈਨਾ ਨੇ ਪੈਸਾ ਕਮਾਇਆ। ਉਹ ਪੈਸਾ ਉਹਨਾਂ ਨੇ ਕਿਤੇ ਨਾ ਕਿਤੇ ਹਥਿਆਰ ਖਰੀਦਣ 'ਚ, ਆਪਣੀ ਫੌਜ ਨੂੰ ਤਾਕਤਵਰ ਕਰਨ 'ਚ ਯੂਜ਼ ਕੀਤਾ ਤੇ ਉਹੀ ਫੌਜਾਂ ਨੇ ਸਾਡੀਆਂ ਫੌਜਾਂ ਨੂੰ ਮਾਰਿਆ। ਇਹੀ ਗੱਲ ਦਾ ਤਾਂ ਪੁਆਇੰਟ ਹੈ ਵੀ ਅਸੀਂ ਉਹਨਾਂ ਨੂੰ ਜਿਹੜੇ ਵਾਲਟ ਵਾਰ ਹੈ ਨਾ ਉਹ 'ਚ ਹਰਾ ਦਈਏ ਤਾਂ ਸਾਨੂੰ ਸਿੱਧਾ ਲੜਨ ਦੀ ਲੋੜ ਹੀ ਹੈ ਨਹੀਂਗੀ। ਤੇ ਵਾਲਟ ਵਾਰ ਦੇ ਵਿੱਚ ਜੇ ਇੰਡੀਆ ਨੇ ਸੋਚ ਲਿਆ ਤਾਂ ਚਾਈਨਾ ਦਾ ਟ੍ਰੇਡ ਆਪਣੇ ਤੇ ਬਹੁਤ ਹੱਦ ਤੱਕ ਡਿਪੈਂਡੈਂਟ ਹੈ ਕਿਸੇ ਵੀ ਆਈਟਮ, ਕਿਸੇ ਵੀ ਪ੍ਰੋਡਕਟ ਦੇ ਵਿੱਚ। ਤੇ ਉਹਨਾਂ ਦੇ ਵਿਕਲਪ ਵੀ ਇਸ ਦੇਸ਼ 'ਚ ਕਾਫੀ ਹੱਦ ਤੱਕ ਹੈਗੇ ਆ। ਨਹੀਂ ਹੈਗੇ ਤਾਂ ਸਰਕਾਰ ਨੂੰ ਸਾਡੀ ਅਪੀਲ ਹੈ ਵੀ ਉਹਨਾਂ ਦੇ ਵਿਕਲਪ ਖੜੇ ਕਰੇ, ਆਪਣੇ ਲੋਕਾਂ ਨੂੰ ਮੌਕਾ ਦੇਵੇ ਸਰਕਾਰ, ਐਸੀ ਪਾਲਿਸੀ ਕ੍ਰੀਏਟ ਕਰੇ। ਤੇ ਸਰਕਾਰ ਨੂੰ ਇਹ ਚੀਜ਼ ਕਰਨੀ ਪਊਗੀ ਕਿਉਂਕਿ ਇਹ ਉਹ ਜਥੇਬੰਦੀ ਹੈ ਜਿਹੜੀ ਕਿ ਪ੍ਰੈਸ਼ਰ ਗਰੁੱਪ ਦੇ ਨਾਂ ਤੇ ਜਾਣੀ ਜਾਂਦੀ ਹੈ, ਜਿਹੜੀ ਆਰਗੇਨਾਈਜੇਸ਼ਨ ਆਫ ਮਾਸਿਸ ਦੇ ਨਾਂ ਤੇ ਜਾਣੀ ਜਾਂਦੀ ਹੈ, ਜਿਹੜੀ ਕਿ ਚਾਹੇ ਅੱਜ ਪ੍ਰੋਟੈਸਟ ਹੋ ਰਿਹਾ ਤਾਂ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਰੱਖਦੇ ਹੋਏ ਵੀ ਇੱਕ ਵਧੀਆ ਭਾਰੀ ਮਾਤਰਾ ਦੇ ਵਿੱਚ ਇਕੱਠੇ ਹੋ ਕੇ ਸਟੂਡੈਂਟਸ ਦੇ ਨਾਲ ਲੈ ਕੇ ਇਹ ਮੈਸੇਜ ਸਪਰੈਡ ਕਰਾਉਣ ਲਈ ਦਮ ਰੱਖਦੇ। ਲੋਕਾਂ ਦੇ ਕਮੈਂਟ ਆ ਰਹੇ ਕਿ ਜਿਹੜੇ ਦੇਸ਼ ਵਾਸੀ ਆ ਝੋਲਾ ਲੈ ਕੇ ਜਿਹੜੇ ਚਾਈਨਾ ਤੋਂ ਸਮਾਨ ਲੈਣ ਨਹੀਂ ਜਾਂਦੇ, ਕੇਂਦਰ ਸਰਕਾਰ ਵੱਲੋਂ ਜਿਹੜੇ ਸਮਝੌਤੇ ਕੀਤੇ ਗਏ ਚਾਈਨਾ ਦੇ ਨਾਲ, ਉਹ ਕਿਉਂ ਨਹੀਂ ਰੱਦ ਕਰਵਾਉਣ ਵਾਸਤੇ ਜਿਹੜੀ ਹੈਗੀ ਆ ਲੋਕ ਦਬਾਅ ਪਾ ਰਹੇ ਤੇ ਜਥੇਬੰਦੀਆਂ ਤੁਸੀਂ ਵੀ ਆ, ਉਹ ਜਿਹੜੇ ਸਮਝੌਤੇ ਕੀਤੇ ਗਏ ਉਹ ਰੱਦ ਕੀਤੇ ਜਾਣ? ਸਾਡੀ ਜਿਹੜੀ ਕੇਂਦਰ ਦੀ ਡੈਲੀਗੇਸ਼ਨ ਹੈ ਉਹਦਾ ਇਹੀ ਗੱਲ ਤੇ ਪਰਸੋਂ ਮਿਲਣਾ ਹੋਇਆ ਸੀ ਕੇਂਦਰ ਸਰਕਾਰ ਦੇ ਨਾਲ ਤੇ 471 ਕਰੋੜ ਤੋਂ ਜ਼ਿਆਦਾ ਦੇ ਪ੍ਰੋਜੈਕਟ ਇੰਡੀਅਨ ਰੇਲਵੇ ਨੇ ਜਿਹੜੇ ਚਾਈਨਾ ਦੇ ਡਿਪੈਂਡੈਂਟ ਸੀਗੇ ਉਹ ਕੈਂਸਲ ਕੀਤੇ ਆ ਸਟੈਡੀਲੀ ਔਨ ਦੈਟ ਸਪੌਟ। BSNL ਨੂੰ ਸਰਕਾਰ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਤੁਹਾਡਾ ਜਿੰਨਾ ਵੀ ਇਕਵਿਪਮੈਂਟਸ ਦਾ ਐਪਰੇਟਸ ਬੇਸਡ ਹੈ ਇਸ ਚੀਜ਼ ਤੇ ਉਹਨੂੰ ਨਾਲ ਦੀ ਨਾਲ ਰੱਦ ਕੀਤਾ ਗਿਆ। ਇਹ ਆਫੀਸ਼ੀਅਲ ਨੋਟੀਫਿਕੇਸ਼ਨਸ ਨੇ, ਸਰਕਾਰ ਨੇ ਇਸ ਚੀਜ਼ ਦੀ ਸ਼ੁਰੂਆਤ ਕਰਤੀ ਹੈ। ਪਰ ਸਰਕਾਰ ਇਕੱਲੀ ਸક્ષਮ ਨਹੀਂ ਹੁੰਦੀ, ਇਸ ਦੇਸ਼ ਦੇ ਵਿੱਚ ਆਪਣੇ ਸਮਾਜ ਦੇ, ਆਪਣੇ ਲੋਕਾਂ ਦਾ ਪਹਿਲਾ ਫਰਜ਼ ਹੈ ਤੇ ਆਪਣਾ ਜ਼ਿੰਮਾ ਆ, ਆਪਾਂ ਨੂੰ ਵੇਖ ਕੇ ਹੀ ਸਰਕਾਰਾਂ ਬਣਦੀਆਂ ਤੇ ਚੱਲਦੀਆਂ ਨੇ। ਕੀ ਲੱਗਦਾ ਬਾਈਕਾਟ ਕਰਨਾ ਇਹਦਾ ਹੱਲ ਹੈ ਜਾਂ ਸਰਕਾਰ ਨੂੰ, ਜਿਸ ਤਰ੍ਹਾਂ ਇੱਕ ਗਰੀਬ ਬੰਦੇ ਦੀ ਗੱਲ ਕਰ ਲਈਏ
ਗਰੀਬ ਬੰਦੇ ਦੀ ਆਮਦਨ ਉਨੀ ਹੁੰਦੀ ਕਿ ਚਾਈਨਾ ਦਾ ਸਮਾਨ ਸਸਤਾ ਵੀ ਹੈ ਤੇ ਉਹ ਕੁਆਲਿਟੀ ਵਾਈਜ਼ ਵੀ ਵਧੀਆ ਹੈ। ਉਹ ਸਸਤਾ ਦੇਖਦਾ, ਉਹਨੂੰ ਇਹ ਨਹੀਂ ਮਤਲਬ ਹੈਗਾ ਬੰਦੇ ਨੂੰ ਕਿ ਚਾਈਨਾ ਦਾ ਜਾਂ ਪਾਕਿਸਤਾਨ ਦਾ। ਸਰਕਾਰ ਜਿਹੜੀ ਹੈਗੀ ਕਿਤੇ ਨਾ ਕਿਤੇ ਉਦਯੋਗ ਲਾਉਣ ਦੇ ਵਿੱਚ ਸਸਤਾ ਸਮਾਨ ਮੇਕ ਇਨ ਇੰਡੀਆ ਦੇ ਤਹਿਤ ਜਿਹੜੀ ਹੈਗੀ ਆ ਜੋ ਵਾਅਦਾ ਕੀਤਾ ਗਿਆ ਸੀ ਉਹ ਦੇਣ ਦੇ ਵਿੱਚ ਅਸਮਰਥ ਰਹੀ ਹੈ, ਤਦੇ ਲੋਕ ਜਿਹੜੇ ਚਾਈਨੀਜ਼ ਸਮਾਨ ਖਰੀਦ ਰਹੇ। ਦੇਖੋ ਸਮਰਥ ਇਹ ਕੋਈ ਸ਼ਾਰਟ ਟਾਈਮ ਡਿਸੀਜਨਸ ਨਹੀਂ ਹੁੰਦੇ, ਇਹ ਲੌਂਗ ਟਾਈਮ ਪ੍ਰੋਕੂਰੇਸ਼ਨਸ ਹੁੰਦੀਆਂ। ਕਿਉਂਕਿ ਚਾਈਨਾ ਨੇ ਜੇ ਅੱਜ ਦੇ ਟਾਈਮ ਐਡਾ ਕਾਰੋਬਾਰ ਦੇਸ਼ 'ਚ ਖੜਾ ਕੀਤਾ ਤਾਂ ਇੱਕ ਦਿਨ ਜਾਂ ਇੱਕ ਮਹੀਨੇ 'ਚ ਨਹੀਂ ਕੀਤਾ, ਉਹਨਾਂ ਨੇ ਵੀ 2 ਦਸ਼ਕ ਲਿੱਤੇ ਨੇ ਕਿਤੇ ਵੀ ਆਪਣਾ ਕਾਰੋਬਾਰ ਖੜਾ ਕਰਨ ਨੂੰ। ਤਾਂ ਜਿਹੜੀ ਚੀਜ਼ ਇਨਕਿਊਬੇਸ਼ਨ ਪੀਰੀਅਡ ਜਿੰਨਾ ਹੁੰਦਾ, ਆਉਣ ਨੂੰ ਜਿੰਨਾ ਸਮਾਂ ਲੈਂਦੀ ਆ, ਉਨਾ ਹੀ ਸਮਾਂ ਉਸ ਚੀਜ਼ ਨੂੰ ਜਾਣ ਨੂੰ ਵੀ ਲੱਗ ਜਾਂਦਾ ਹੁੰਦਾ ਆਲਮੋਸਟ। ਤਾਂ ਇਹ ਚੀਜ਼ ਹੈ, ਇਹਨੂੰ ਆਪਾਂ ਇੱਕਦਮ ਸਰਕਾਰ ਤੇ ਕਟਾਕਸ਼ ਕਰ ਸਕਦੇ ਹਾਂ, ਡੈਮੋਕ੍ਰੇਸੀ ਆਪਾਂ ਕਰ ਸਕਦੇ ਹਾਂ, ਪਰ ਜਿਹਦੇ ਰੀਅਲ ਫੈਕਟ ਦੇਖਣੇ ਆ, ਜੇ ਇਸ ਚੀਜ਼ ਨੂੰ ਹੱਲ ਤੱਕ ਲੈ ਕੇ ਜਾਣਾ ਤਾਂ ਇਹਦਾ ਹੱਲ ਇਹੀ ਹੈ ਵੀ ਜਿੰਨਾ ਸਮਾਂ ਉਹਨਾਂ ਨੂੰ ਬਣਨ ਨੂੰ ਲੱਗਿਆ ਉਨਾ ਸਮਾਂ ਤਾਂ ਉਹਨਾਂ ਨੂੰ ਖਤਮ ਹੋਣ ਨੂੰ ਵੀ ਲੱਗ ਸਕਦਾ ਆ। ਉਹ ਸਿਰਫ ਆਪਣੇ ਨਾਗਰਿਕਾਂ ਦੀ ਆਪਣੀ ਜ਼ਿੰਮੇਵਾਰੀ ਤੇ ਹੈ ਕਿ ਅਸੀਂ ਕਿੰਨੀ ਜਲਦੀ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਸਕਦੇ ਹਾਂ। ਅੱਛਾ, ਅੱਜ ਤੋਂ 15-20 ਸਾਲ ਪਿੱਛੇ ਜਾਈਏ ਆਪਾਂ, ਜਦੋਂ ਸਮਾਨ ਲੈਣ ਜਾਂਦੇ ਸੀ ਦੁਕਾਨ ਤੇ, ਅਗਰ ਚਾਈਨਾ ਦਾ ਸਮਾਨ ਦਿੰਦਾ ਸੀ ਦੁਕਾਨਦਾਰ ਤਾਂ ਅਸੀਂ ਕਹਿੰਦੇ ਸੀ ਇਹ ਨਹੀਂ ਚਾਹੀਦਾ, ਇਹ ਘਟੀਆ, ਇਹ ਨਹੀਂ ਜ਼ਿਆਦਾ ਚੱਲਦਾ, ਸਾਨੂੰ ਇੰਡੀਅਨ ਚਾਹੀਦਾ। ਪਰ ਅੱਜ ਜਿਹੜਾ ਹੈਗਾ ਉਲਟਾ ਕੰਮ ਹੋ ਗਿਆ, ਅੱਜ ਲੋਕ ਚਾਈਨਾ ਦਾ ਸਮਾਨ ਮੰਗ ਰਿਹਾ। ਕੀ ਲੱਗਦਾ ਕਿ ਜਿਹੜਾ ਚਾਈਨਾ ਦਾ ਗ੍ਰਾਫ ਵਧਿਆ ਤੇ ਭਾਰਤ ਦਾ ਗ੍ਰਾਫ ਨੀਚੇ ਗਿਆ, ਕੌਣ ਜ਼ਿੰਮੇਵਾਰ ਇਹਦਾ? ਦੇਖੋ ਗ੍ਰਾਫ ਇੱਕ ਸੈਕਟਰ ਦਾ ਨਹੀਂ ਡਿਪੈਂਡ ਕਰਦਾ ਹੁੰਦਾ, ਡਿਪੈਂਡ ਇਹ ਵੀ ਕਰਦਾ ਹੁੰਦਾ ਵੀ ਜਿਹੜੀ ਤੁਹਾਡੀ ਗੱਲ ਆ, ਪਿਛਲੇ ਆਪਾਂ ਜੇ 2 ਸਾਲ ਦੇਖ ਲਈਏ ਤਾਂ ਮੋਬਾਈਲ ਮੇਕਿੰਗ ਦੇ ਵਿੱਚ ਇੰਡੀਆ ਦੂਜੇ ਨੰਬਰ ਤੇ ਆ ਗਿਆ। ਆਪਾਂ ਮੋਬਾਈਲ ਮੇਕਿੰਗ ਦੇ ਵਿੱਚ ਦੂਜੇ ਨੰਬਰ ਤੇ ਅੱਜ ਦੇ ਟਾਈਮ। ਸਭ ਤੋਂ ਬੜੀ ਫੈਕਟਰੀ ਸੈਮਸੰਗ ਦੀ ਦੁਨੀਆ 'ਚ ਇੰਡੀਆ ਦੇ ਇੱਥੇ ਨੋਇਡਾ ਦੇ ਵਿੱਚ ਆ। ਤਾਂ ਚੀਜ਼ਾਂ ਅਪਸ ਐਂਡ ਡਾਊਨਸ ਹੁੰਦੇ ਰਹਿੰਦੇ ਆ। ਚਾਈਨਾ ਨੇ ਕਿਤੇ ਨਾ ਕਿਤੇ ਇੱਕ ਸਮਾਰਟਲੀ ਵਧੀਆ ਤਰੀਕੇ ਨਾਲ ਇਨਵੈਸਟ ਕੀਤਾ ਆ, ਪਰ ਉਹਨੂੰ ਹੁਕਅਪ ਕਰਨ ਲਈ ਹੁਣ ਇੰਡੀਆ ਅੱਗੇ ਖੜਾ ਆ, ਇੰਡੀਆ ਕਰੂਗਾ। ਕਿਉਂਕਿ ਚਾਈਨਾ ਡੇ ਬਾਏ ਡੇ ਓਲਡ ਹੋ ਰਿਹਾ ਤੇ ਇੰਡੀਆ ਡੇ ਬਾਏ ਡੇ ਜਵਾਨ ਹੋ ਰਿਹਾ। 65% ਦੀ ਆਬਾਦੀ 27 ਸਾਲ ਤੋਂ ਨੀਚੇ ਇੱਥੇ ਦੀ। ਤਾਂ ਸਾਡਾ ਅੱਗੇ ਵਧਣਾ ਤਾਂ ਤੈਅ ਹੈ, ਸਿਰਫ ਅਸੀਂ ਕਿੰਨੀ ਜਲਦੀ ਇਸ ਚੀਜ਼ ਨੂੰ ਸਮਝ ਲੈਂਦੇ ਹਾਂ, ਮੰਨ ਲੈਂਦੇ ਹਾਂ, ਉਹ 'ਤੇ ਗੇਮ ਖੜੀ ਹੈ ਸਾਰੀ। ਤੁਸੀਂ ਮੋਬਾਈਲ ਦੀ ਗੱਲ ਕੀਤੀ ਹੈ, ਤੁਹਾਡੇ ਜਿਹੜੇ ਜਿੰਨੇ ਹੁਣ ਇੱਥੇ ਵਰਕਰ ਪਹੁੰਚੇ, ਤੁਹਾਡੇ ਸਾਥੀ ਪਹੁੰਚੇ, ਉਹਨਾਂ ਦੇ ਕੋਲ ਕਿੰਨਿਆਂ ਦੇ ਕੋਲ ਚਾਈਨਾ ਦੇ ਮੋਬਾਈਲ ਆ? ਕੀ ਉਹਨਾਂ ਨੂੰ ਹੁਣ ਤੁਸੀਂ ਤੋੜੋਗੇ ਤਾਂ ਬਾਈਕਾਟ ਕਰਦੇ ਹੋ ਇਸ ਮੌਕੇ ਤੇ? ਨਹੀਂ ਦੇਖੋ, ਮੈਂ ਤੁਹਾਨੂੰ ਫਿਰ ਉਹੀ ਗੱਲ ਕਹੀ, ਤੁਸੀਂ ਮੇਰੀ ਗੱਲ ਨੂੰ ਕ੍ਰੈਕ ਡਾਊਨ ਕਰਨ ਦੀ ਬਜਾਏ ਨਾ ਇਸ ਚੀਜ਼ ਨੂੰ ਵਧਾ ਜਿੰਨਾ ਮਰਜ਼ੀ ਲਓ। ਨਹੀਂ ਉਹਦਾ ਕੀ ਹੈ, ਤੁਸੀਂ ਲੜੀਆਂ ਫੂਕੀਆਂ, ਮੈਂ ਉਸ ਦੀ ਗੱਲ ਉਹੀ ਕਹਿ ਰਹੇ ਹਾਂ ਕਿ ਬਾਈਕਾਟ ਅੱਜ ਤੋਂ ਸ਼ੁਰੂ ਹੋ ਗਿਆ। ਟੋਟਲੀ ਬਾਈਕਾਟ ਮੈਂ ਆਪਣੇ ਸੰਬੋਧਨ 'ਚ ਵੀ ਕਿਹਾ ਆ, ਟੋਟਲੀ ਬਾਈਕਾਟ ਹੋ ਨਹੀਂ ਸਕਦਾ ਹਜੇ ਇਸ ਟਾਈਮ ਤੇ। ਇਹ ਟਾਈਮ ਟੇਕਿੰਗ ਗੱਲ ਆ, ਇਟ ਵਿਲ ਟੇਕ ਟਾਈਮ, ਬਟ ਸ਼ੋਰਲੀ ਇਹ ਖਤਮ ਹੋ ਜੂਗੀ ਇੱਕ ਦਿਨ। ਧੰਨਵਾਦ ਸਰ। ਨਹੀਂ, ਇੱਕ ਸਵਾਲ ਹੋ ਰਿਹਾ, ਜਿਹੜਾ ਕੀ ਲੱਗਦਾ ਕਿ ਸਰਕਾਰ ਨੂੰ ਕਿਤੇ ਨਾ ਕਿਤੇ ਇੰਡਸਟਰੀ ਲਗਾਉਣੀ ਪਊਗੀ? ਕਿਉਂਕਿ ਜਿਵੇਂ ਚਾਈਨਾ ਦੀ ਬਾਈਕਾਟ ਦੀ ਗੱਲ ਕਰਦੇ ਆ, ਜੋ ਸਮਾਨ ਚਾਈਨਾ ਜਿਹੜਾ ਹੈਗਾ ਇੰਡੀਆ ਦੇ ਵਿੱਚ ਭੇਜ ਰਿਹਾ, ਸੂਈ ਤੋਂ ਲੈ ਕੇ ਜਹਾਜ਼ ਤੱਕ ਸਸਤੀਆਂ ਚੀਜ਼ਾਂ ਮੁਹੱਈਆ ਕਰਵਾ ਰਿਹਾ, ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਜੇ ਇਹੀ ਪਾਲਿਸੀ ਜਿਹੜੀ ਹੈਗੀ ਮੇਕ ਇਨ ਇੰਡੀਆ ਲਿਆਂਦੀ ਗਈ ਆ, ਉਹਦੇ ਤਹਿਤ ਇੰਡਸਟਰੀ ਨੂੰ ਜਿਹੜੇ ਹੈਗੀਆਂ ਟੈਕਸਾਂ ਤੋਂ ਛੂਟ ਮਿਲਣੀ ਚਾਹੀਦੀ ਹੈ? ਜਾਂ ਜਿਵੇਂ ਆਰੋਪ ਲੱਗਦੇ ਕਿ ਇੱਥੇ ਰਿਸ਼ਵਤ ਬਹੁਤ ਆ, ਭ੍ਰਿਸ਼ਟਾਚਾਰ ਬਹੁਤ ਆ, ਰਿਸ਼ਵਤ ਮੰਗੀ ਜਾਂਦੀ ਆ, ਇੰਡਸਟਰੀਆਂ ਬੰਦ ਹੋ ਰਹੀਆਂ, ਇਹ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਇੰਡਸਟਰੀਆਂ ਲਵਾਉਣ ਦੇ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇ ਤੇ ਚਾਈਨਾ ਦਾ ਜਿਹੜਾ ਹੈਗਾ ਸਮਾਨ ਆਉਣਾ ਬੰਦ ਹੋਵੇ। ਮੈਂ ਦੂਜੀ ਵਾਰ ਤੁਹਾਡਾ ਦੂਜਾ ਸਵਾਲ ਤੇ ਵੀ ਇਹੀ ਜਵਾਬ ਦਿੱਤਾ ਸੀਗਾ ਕਿ ਭਾਰਤ ਸਰਕਾਰ ਦਾ ਐਸਾ ਇਨੀਸ਼ੀਏਟਿਵ ਹੁਣ ਹੈਗਾ ਆ, ਉਹਨਾਂ ਨੂੰ ਹੋਣਾ ਚਾਹੀਦਾ। ਸਾਡੀ ਮੰਗ ਵੀ ਇਸ ਚੀਜ਼ ਦੀ ਵੀ ਐਸੀ ਪਾਲਿਸੀ ਲਿਆਂਦੀ ਜਾਵੇ ਵੀ ਜਿਹੜੀ ਇੱਥੇ ਦੇ ਐਂਟਰਪ੍ਰੈਨਿਓਰਸ ਨੂੰ ਪ੍ਰੈਫਰੇਬਲ ਹੋਵੇ, ਕਿ ਇੱਥੇ ਜੇ ਬੰਦੇ ਨੂੰ ਕੰਮ ਕਰਨ ਦੀ ਸਹੂਲਤ ਮਿਲੂਗੀ ਤਾਂ ਇਸ ਦੇਸ਼ ਦੇ ਵਿੱਚ ਬਹੁਤ ਟੈਲੈਂਟ ਆ। ਆਪਣੇ ਹੀ ਦੇਸ਼ ਦੇ ਲੋਕ ਬਾਹਰਲੀ ਬੜੀਆਂ ਕੰਪਨੀਆਂ ਦੇ CEO ਹੈਗੇ ਨੇ, ਤਾਂ ਆਪਣੇ ਇੱਥੇ ਸਮਰਥ ਹੈਗਾ ਆ। ਤਾਂ ਸਿਰਫ ਸਰਕਾਰ ਇੱਕ ਓਪਰਚੁਨਿਟੀ ਕ੍ਰੀਏਟ ਕਰੇ ਤੇ ਇੱਥੋਂ ਚੀਜ਼ਾਂ ਨਿਕਲ ਕੇ ਆਉਣਗੀਆਂ। ਜਿਹੜਾ ਇਨਕਿਊਬੇਸ਼ਨ ਪੀਰੀਅਡ ਦੀ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ, ਉਹ ਇਨਕਿਊਬੇਸ਼ਨ ਪੀਰੀਅਡ ਇਹੀ ਚੀਜ਼ ਲਈ ਚਾਹੀਦਾ ਵੀ ਸਰਕਾਰ ਇੱਕ ਪਾਸੇ ਫੇਵਰੇਬਲ ਪਾਲਿਸੀਜ਼ ਕ੍ਰੀਏਟ ਕਰੇ, ਇੱਕ ਪਾਸੇ ਆਪਣੇ ਯੰਗ ਐਂਟਰਪ੍ਰੈਨਿਓਰ ਮਾਈਂਡਸ ਇਸ ਚੀਜ਼ ਦੇ ਵਿੱਚ ਇਨਟੂ ਇਟ ਹੋਣ, ਤੇ ਜਿਹੜਾ ਟਾਈਮ ਇਨਕਿਊਬੇਸ਼ਨ ਪੀਰੀਅਡ 1-2 ਦਸ਼ਕ ਦਾ ਲੱਗ ਸਕਦਾ ਹੈ ਉਹ ਇਸ ਚੀਜ਼ ਤੇ ਹੀ ਬੇਸਡ ਹੋਏਗਾ ਕਿ ਕਿੰਨੀ ਜਲਦੀ ਉਹਨਾਂ ਦੀ ਪਰਫਾਰਮੈਂਸ ਰਿਜ਼ਲਟ ਦੇ ਵਿੱਚ ਕਨਵਰਟ ਹੁੰਦੀ ਹੈ। ਬਿਲਕੁਲ ਜੀ, AVP ਦੇ ਜਿਹੜੇ ਲੀਡਰ ਇਹਨਾਂ ਨੇ ਕਿਹਾ ਕਿ ਇੱਕੋਦਮ ਬਾਈਕਾਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੋ ਸਮਾਨ ਚਾਈਨਾ ਤੋਂ ਆਉਂਦਾ ਹੈ ਇੰਡੀਆ ਦੇ ਵਿੱਚ ਉਹਨੂੰ ਬਣਨ ਨੂੰ ਹਾਲੇ ਥੋੜਾ ਸਮਾਂ ਲੱਗ ਸਕਦਾ, ਕਿਉਂਕਿ ਸਰਕਾਰ ਨੂੰ ਵੀ ਚਾਹੀਦਾ ਕਿ ਇੰਡਸਟਰੀ ਨੂੰ ਪਹਿਲ ਦੇਵੇ। ਜੋ ਭ੍ਰਿਸ਼ਟਾਚਾਰ ਇੱਥੇ ਫੈਲਿਆ ਇੰਡਸਟਰੀ ਲਗਾਉਣ ਦੇ ਵਿੱਚ, ਹੋਰ ਚੀਜ਼ਾਂ ਦੇ ਵਿੱਚ ਸਰਕਾਰ ਨੂੰ ਕਿਤੇ ਨਾ ਕਿਤੇ ਨੂੰ ਛੂਟ ਜਿਹੜੀ ਦੇਣੀ ਬਣਦੀ ਹੈ ਤਾਂ ਕਿ ਜਿਹੜਾ ਭਾਰਤ ਦੇ ਵਿੱਚ ਸਮਾਨ ਬਣੇ, ਤਾਂ ਕਿ ਚਾਈਨਾ ਤੋਂ ਆਉਣ ਵਾਲੇ ਸਮਾਨ ਦਾ ਬਾਈਕਾਟ ਕੀਤਾ ਜਾ ਸਕੇ। ਤਾਂ ਹੀ ਅਸੀਂ ਦੇਸ਼ ਨੂੰ ਮਜ਼ਬੂਤ ਕਰ ਸਕਦੇ ਹਾਂ ਤੇ ਚਾਈਨਾ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਸਕਦੇ ਹਾਂ। ਰੂਪਨਗਰ ਤੋਂ ਕੈਮਰਾਮੈਨ ਅਕਸ਼ੇ ਦੇ ਨਾਲ ਸੱਜਣ ਸਿੰਘ ਸੈਣੀ, ਦਾ NRI TV।